प्यार भरी सत श्री अकाल। प्यारे विद्यार्थियों, अज जमात 9वीं के पाठक्रम दे विच शामिल ਸਾਹਿਤਮਾਲਾ पुस्तक दे विच कविता भाग दे विचों आधुनिक काव्य प्रोफैसर मोहन सिंह दियां लिखियां होईयां कवितावां जो तुहाडे पाठक्रम दे विच शामिल है, उन्हां दी प्रसंग सहित व्याख्या, केंद्री भाव ते वस्तुनिष्ठ प्रश्नों बारे आपां चर्चा करांगे। प्रोफैसर मोहन सिंह जिन्हां दा जन्म होती मरदान जो कि अजकल पाकिस्तान विच है उत्थे होया। उन्हां दे पिता डॉक्टर योध सिंह ते माता भगवंती। 1905 ईस्वी दे विच प्रोफैसर मोहन सिंह दा जन्म होया। उन्हां दा जद्दी पिंड धम्याल जिला रावलपिंडी जो कि पाकिस्तान दे विच है, रावलपिंडी उत्थे होया। ਅੰਮ੍ਰਿਤਸਰ ਤੇ ਪਟਿਆਲਾ ਦੇ ਖਾਲਸਾ ਕਾਲਜਾਂ ਦੇ ਵਿੱਚ ਪ੍ਰੋਫੈਸਰ ਮੋਹਨ ਸਿੰਘ ਪ੍ਰੋਫੈਸਰ ਰਹੇ। ਉਹਨਾਂ ਨੇ ਪੰਜ ਦਰਿਆ ਨਾਂ ਦਾ ਮਾਸਿਕ ਪੱਤਰ ਵੀ ਜਾਰੀ ਕੀਤਾ। ਪ੍ਰੋਫੈਸਰ ਮੋਹਨ ਸਿੰਘ ਆਧੁਨਿਕ ਕਵਿਤਾ ਦੇ ਵਿੱਚ ਦੂਜੀ ਪੀੜ੍ਹੀ ਦੇ ਵਿੱਚ ਸਿਰਮੌਰ ਕਵਿਤਾਵਾਂ ਲਿਖਣ ਵਾਲੇ ਕਵੀ ਨੇ। ਪ੍ਰੋਫੈਸਰ ਮੋਹਨ ਸਿੰਘ ਨੇ ਪਹਿਲਾਂ ਕੇਵਲ ਰੋਮਾਂਟਿਕ ਕਵਿਤਾਵਾਂ ਲਿਖੀਆਂ ਤੇ ਫਿਰ ਉਹਨਾਂ ਨੇ ਲੋਕਾਂ ਦੇ ਦੁੱਖਾਂ ਨੂੰ, ਲੋਕਾਂ ਦੇ ਦਰਦਾਂ ਨੂੰ ਆਪਣੀ ਕਵਿਤਾ ਦਾ ਵਿਸ਼ਾ ਬਣਾਇਆ। ਉਹਨਾਂ ਨੇ ਇੱਕ ਜਗ੍ਹਾ ਲਿਖਿਆ ਕਿ ਉਹਨਾਂ ਦੀ ਪਤਨੀ ਬਸੰਤ ਕੌਰ ਦੀ ਮੌਤ ਤੋਂ ਬਾਅਦ ਉਸਦੇ ਵਿਯੋਗ ਦੇ ਵਿੱਚ ਉਹ ਕਵੀ ਬਣੇ। ਇੱਕ ਜਗ੍ਹਾ ਉਹ ਲਿਖਦੇ ਨੇ ਕਿ ਜੇ ਤੂੰ ਨਾ ਮਰਦੀ ਤਾਂ ਮੈਂ ਕਿੰਝ ਬਣਦਾ ਸ਼ਾਇਰ। ਪ੍ਰੋਫੈਸਰ ਮੋਹਨ ਸਿੰਘ ਨੇ ਬਹੁਤ ਸਾਰੇ ਕਾਵਿ ਸੰਗ੍ਰਹਿ ਜੋ ਪੰਜਾਬੀ ਸਾਹਿਤ ਜਗਤ ਦੇ ਵਿੱਚ ਦਿੱਤੇ। ਉਹਨਾਂ ਦਾ ਸਭ ਤੋਂ ਪਹਿਲਾ ਕਾਵਿ ਸੰਗ੍ਰਹਿ ਸਾਵੇ ਪੱਤਰ। ਉਸ ਤੋਂ ਬਾਅਦ ਉਹਨਾਂ ਨੇ ਕਸੁੰਬੜਾ, ਅਦਵਾਟੇ, ਕੱਚ ਸੱਚ, ਆਵਾਜ਼ਾਂ, ਵੱਡਾ ਵੇਲਾ, ਜੰਦਰੇ, ਜੈਮੀਰ, ਬੂਹੇ, ਇਹ ਕਾਵਿ ਸੰਗ੍ਰਹਿ ਪੰਜਾਬੀ ਸਾਹਿਤ ਨੂੰ ਦਿੱਤੇ। ਏਸ਼ੀਆ ਦਾ ਚਾਨਣ ਉਹਨਾਂ ਨੇ ਇੱਕ ਅਨੁਵਾਦਿਤ ਤੇ ਨਨਕਾਇਣ ਮਹਾਕਾਵਿ ਵੀ ਪੰਜਾਬੀ ਸਾਹਿਤ ਜਗਤ ਨੂੰ ਦਿੱਤੇ। ਉਹਨਾਂ ਦਾ ਕਾਵਿ ਸੰਗ੍ਰਹਿ ਵੱਡਾ ਵੇਲਾ ਜਿਸ 'ਤੇ ਉਹਨਾਂ ਨੂੰ ਸਾਹਿਤ ਅਕਾਦਮੀ ਦਿੱਲੀ ਵੱਲੋਂ ਪੁਰਸਕਾਰ ਪ੍ਰਾਪਤ ਹੋਇਆ ਤੇ ਜੈਮੀਰ ਕਾਵਿ ਸੰਗ੍ਰਹਿ ਨੂੰ ਸੋਵੀਅਤ ਲੈਂਡ ਨਹਿਰੂ ਪੁਰਸਕਾਰ ਜਿਹੜਾ ਹੈ ਪ੍ਰਾਪਤ ਹੋਇਆ। ਪ੍ਰੋਫੈਸਰ ਮੋਹਨ ਸਿੰਘ ਆਧੁਨਿਕ ਕਾਲ ਦੇ ਵਿੱਚ ਯੁੱਗ ਕਵੀ ਕਰਕੇ ਜਾਣੇ ਜਾਂਦੇ ਹੈ। ਉਹਨਾਂ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਹੈ ਜਿਹੜੀਆਂ ਉਹ ਪ੍ਰਸਿੱਧ ਹੋਈਆਂ। ਪ੍ਰੋਫੈਸਰ ਮੋਹਨ ਸਿੰਘ ਦੇ ਕਾਵਿ ਸੰਗ੍ਰਹਿਆਂ ਦੇ ਵਿੱਚੋਂ ਕੁਝ ਕਵਿਤਾਵਾਂ ਜਿਹੜੀਆਂ ਤੁਹਾਡੀ ਪੁਸਤਕ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ। ਤੁਹਾਨੂੰ ਪੇਪਰ ਦੇ ਵਿੱਚ ਜਿਹੜਾ ਹੈ ਕਵਿਤਾ ਭਾਗ ਦੇ ਵਿੱਚੋਂ ਪ੍ਰਸੰਗ ਸਹਿਤ ਵਿਆਖਿਆ ਔਰ ਸਿਰਫ ਵਿਆਖਿਆ ਤੇ ਕੇਂਦਰੀ ਭਾਵ ਤੇ ਇਸ ਤੋਂ ਇਲਾਵਾ ਵਸਤੂਨਿਸ਼ਟ ਪ੍ਰਸ਼ਨ ਹੈ ਜਿਹੜੇ ਉਹ ਆਉਂਦੇ ਨੇ। ਉਸੇ ਨਜ਼ਰੀਏ ਤੋਂ ਹੀ ਅੱਜ ਆਪਾਂ ਪ੍ਰੋਫੈਸਰ ਮੋਹਨ ਸਿੰਘ ਦੀਆਂ ਕਵਿਤਾਵਾਂ ਜੋ ਤੁਹਾਡੇ ਪਾਠਕ੍ਰਮ ਦੇ ਵਿੱਚ ਸ਼ਾਮਿਲ ਹੈ ਉਹਨਾਂ ਦੀ ਪ੍ਰਸੰਗ ਸਹਿਤ ਵਿਆਖਿਆ ਸਭ ਤੋਂ ਪਹਿਲਾਂ ਕਰਾਂਗੇ। ਪਹਿਲਾਂ ਸਭ ਤੋਂ ਕਵਿਤਾ ਜਿਹੜੀ ਹੈ ਪਹਿਲੀ ਦਰਜ ਤੁਹਾਡੀ ਪੁਸਤਕ ਦੇ ਵਿੱਚ ਅੱਗਿਓਂ ਅੱਗੇ ਚੱਲਣਾ। ਸਾਰਿਆਂ ਤੋਂ ਪਹਿਲਾਂ ਆਪਾਂ ਇਸ ਦਾ ਉਚਾਰਨ ਕਰਦੇ ਹਾਂ। ਕਵਿਤਾ ਅੱਗਿਓਂ ਅੱਗੇ ਚੱਲਣਾ। ਅਸਾਂ ਤੇ ਹੁਣ ਅੱਗਿਓਂ ਅੱਗੇ ਚੱਲਣਾ, ਅਸਾਂ ਨਾ ਹੁਣ ਕਿਸੇ ਪੜਾਅ ਢਲਣਾ, ਰਿਹਾ ਨਾ ਜਦ ਲਾਂਭ ਚਾਂਬ ਤੱਕਣਾ, ਸਾਨੂੰ ਕੀ ਫਿਰ ਸੋਨ ਮਿਰਗਾ ਛਲਣਾ, ਅਸਾਂ ਤੇ ਸੱਤੇ ਸਾਗਰ ਟੱਪ ਜਾਣਾ, ਅਸਾਂ ਤਪੈਰੀ ਤਾਰਿਆਂ ਨੂੰ ਮਲਣਾ, ਅਸਾਂ ਤਾਂ ਅਜੇ ਹੋਰ ਉਤਾਂ ਚੜ੍ਹਨਾ, ਅਸਾਂ ਤੇ ਸੀਨਾ ਗਗਨਾਂ ਦਾ ਸੱਲਣਾ, ਅਸਾਂ ਤੇ ਲਾ ਪਿਆਰ ਖੰਭ ਉੱਡਣਾ, ਸਾਨੂੰ ਕੀ ਇਸ ਧਰਤ ਅੰਬਰ ਵੱਲਣਾ, ਅਸੀਂ ਨਹੀਂ ਹੁਣ ਹੋਣੀਆਂ ਤੋਂ ਰੁਕਣਾ, ਸਾਨੂੰ ਕੀ ਇਸ ਲੋਕ ਲਾਜ ਠੱਲਣਾ, ਅਜੇ ਤਾਂ ਇੱਕੋ ਚਿਣਗ ਲੱਗੀ ਸਾਨੂੰ, ਅਜੇ ਤਾਂ ਅਸਾਂ ਭਾਂਬੜ ਬਣ ਬਲਣਾ, ਅਜੇ ਤਾਂ ਇੱਕੋ ਬੂੰਦ ਮਿਲੀ ਸਾਨੂੰ, ਅਜੇ ਤਾਂ ਅਸੀਂ ਪਿਆਲਿਆਂ 'ਤੇ ਪਲਣਾ, ਅਸਾਂ ਤਾਂ ਹੁਣ ਅੱਗਿਓਂ ਅੱਗੇ ਚੱਲਣਾ, ਅਸਾਂ ਨਾ ਹੁਣ ਕਿਸੇ ਪੜਾਅ ਢਲਣਾ। ਇਹ ਸੀ ਕਵਿਤਾ ਅੱਗਿਓਂ ਅੱਗੇ ਚੱਲਣਾ। ਪਿਆਰੇ ਵਿਦਿਆਰਥੀਓ, ਇਸ ਕਵਿਤਾ ਦੀ ਵਿਆਖਿਆ ਕਰਨ ਤੋਂ ਪਹਿਲਾਂ ਆਪਾਂ ਇਸ ਦਾ ਪ੍ਰਸੰਗ ਹੈ ਜਿਹੜਾ ਉਹ ਤੁਸੀਂ ਨੋਟ ਕਰ ਲਓ। ਅੱਗਿਓਂ ਅੱਗੇ ਚੱਲਣਾ ਕਵਿਤਾ ਦਾ ਪ੍ਰਸੰਗ। ਇਹ ਕਾਵਿ ਟੋਟਾ ਸਾਡੀ ਪੁਸਤਕ
ਸਾਹਿਤਮਾਲਾ 9ਵੀਂ ਵਿੱਚ ਦਰਜ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਅੱਗਿਓਂ ਅੱਗੇ ਚੱਲਣਾ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਕਵੀ ਨੇ ਅੱਗੇ ਵੱਧਦੇ ਜਾਣ ਅਤੇ ਲਗਾਤਾਰ ਸੰਘਰਸ਼ ਕਰਦਿਆਂ ਰਹਿਣ ਦੀ ਭਾਵਨਾ ਨੂੰ ਬਿਆਨ ਕੀਤਾ ਹੈ। ਨੌਜਵਾਨਾਂ ਵੱਲੋਂ ਨਵੀਂ ਸੋਚ ਲੈ ਕੇ ਉਡਾਰੀਆਂ ਮਾਰਨ ਦੇ ਨਜ਼ਰੀਏ ਨੂੰ ਪੇਸ਼ ਕੀਤਾ ਹੈ। ਇਹ ਸੀ ਪ੍ਰਸੰਗ ਕਵਿਤਾ ਅੱਗਿਓਂ ਅੱਗੇ ਚੱਲਣਾ ਦਾ। ਅਤੇ ਵਿਦਿਆਰਥੀਓ, ਹੁਣ ਆਪਾਂ ਇਸ ਦੀ ਵਿਆਖਿਆ ਕਰਦੇ ਹਾਂ। ਇਸ ਕਵਿਤਾ ਦੇ ਵਿੱਚ ਕਵੀ ਨੇ ਅੱਗੇ ਵੱਧਦੇ ਰਹਿਣ, ਸੰਘਰਸ਼ ਕਰਦੇ ਰਹਿਣ ਦੀ ਗੱਲ ਕੀਤੀ ਹੈ ਕਿ ਅਸੀਂ ਅੱਗੇ ਤੋਂ ਅੱਗੇ ਚੱਲਦੇ ਰਹਿਣਾ ਹੈ। ਅਸਾਂ ਨਾ ਹੁਣ ਕਿਸੇ ਪੜਾਅ ਟਲਣਾ, ਅਸੀਂ ਕੋਈ ਠਹਿਰਨ ਦੀ ਥਾਂ ਹੈ ਜਿਹੜੀ ਜਾਂ ਮੰਜ਼ਿਲ ਹੈ, ਉੱਥੇ ਅਸੀਂ ਹੁਣ ਰੁਕ ਨਹੀਂ ਜਾਣਾ, ਅਸੀਂ ਮਿਹਨਤ ਕਰਦੇ ਰਹਿਣਾ ਹੈ। ਜਦੋਂ ਅਸੀਂ ਰਿਹਾ ਨਾ ਜਦ ਲਾਂਭ ਚਾਂਭ ਤੱਕਣਾ, ਜਦੋਂ ਅਸੀਂ ਇੱਧਰ ਉੱਧਰ ਕਿਸੇ ਹੋਰ ਪਾਸੇ ਆਪਣੇ ਵਿਚਾਰ ਹੈ ਜਿਹੜੇ ਉਹ ਨਹੀਂ ਭਟਕਣ ਦੇਣੇ, ਤਾਂ ਸਾਨੂੰ ਫਿਰ ਸਾਡੇ ਵਿਚਾਰਾਂ ਨੂੰ ਕੋਈ ਹੋਰ ਸੋਨ ਮਿਰਗਾਂ ਛਲਣਾ, ਕੋਈ ਹੋਰ ਧੋਖਾ ਵੀ ਨਹੀਂ ਦੇ ਸਕਦਾ। ਸਾਡੇ ਵਿਚਾਰਾਂ ਨੂੰ ਬਦਲਣ ਦਾ ਹੋਰ ਕੋਈ ਹੀਆ ਨਹੀਂ ਕਰ ਸਕਦਾ, ਸਾਡੇ 'ਤੇ ਪ੍ਰਭਾਵ ਨਹੀਂ ਪਾ ਸਕਦਾ। ਜਦੋਂ ਸਾਡਾ ਵਿਸ਼ਵਾਸ, ਯਕੀਨ ਹੈ ਜਿਹੜਾ ਉਹ ਪੱਕਾ ਹੋਵੇ। ਅਸਾਂ ਤਾਂ ਸੱਤੇ ਸਾਗਰ ਟੱਪ ਜਾਣਾ, ਅਸਾਂ ਤੇ ਪੈਰੀਂ ਤਾਰਿਆਂ ਨੂੰ ਮਲਣਾ, ਅਸਾਂ ਤਾਂ ਅਜੇ ਹੋਰ ਉਤਾਂਹ ਚੜ੍ਹਨਾ, ਅਸਾਂ ਤਾਂ ਸੀਨਾ ਗਗਨਾਂ ਦਾ ਸਲਣਾ। ਅਸੀਂ ਜੋ ਵੀ ਕੋਈ ਮੁਸ਼ਕਿਲ ਸਾਡੇ ਸਾਹਮਣੇ ਆਉਂਦੀ ਹੈ ਉਸ ਨੂੰ ਪਾਰ ਕਰ ਜਾਣਾ ਹੈ। ਆਪਦੇ ਸਿਦਕ ਦੇ ਨਾਲ, ਆਪਣੇ ਵਿਸ਼ਵਾਸ ਦੇ ਨਾਲ, ਆਪਣੇ ਪੈਰਾਂ ਦੇ ਨਾਲ ਅਸੀਂ ਤਾਰਿਆਂ ਤੱਕ ਪਹੁੰਚਣਾ ਹੈ, ਤਾਰਿਆਂ ਨੂੰ ਮੱਲਣਾ ਹੈ। ਇਸ ਤਰ੍ਹਾਂ ਅਸੀਂ ਹੋਰ ਅਗਾਂਹ ਵੱਧਦੇ ਜਾਣਾ ਹੈ, ਮੰਜ਼ਿਲਾਂ ਪ੍ਰਾਪਤ ਕਰਦੇ ਜਾਣਾ ਹੈ। ਅਤੇ ਅਸਾਂ ਤੇ ਸੀਨਾ ਗਗਨਾਂ ਦਾ ਸਲਣਾ, ਅਸੀਂ ਅਸਮਾਨ ਦੇ ਵਿੱਚ ਜਾ ਕੇ ਛੇਕ ਕਰਨਾ, ਭਾਵ ਅਸੀਂ ਤਾਂ ਹਰ ਪ੍ਰਾਪਤੀ ਹੈ ਜਿਹੜੀ ਉਹਨੂੰ ਆਪਦੇ ਕਦਮਾਂ ਦੇ ਵਿੱਚ ਲੈ ਕੇ ਆਉਣਾ, ਇੰਨੀ ਮਿਹਨਤ ਕਰਨੀ ਹੈ ਤਾਂ ਕਿ ਕੋਈ ਵੀ ਮੰਜ਼ਿਲ ਹੈ ਜਿਹੜੀ ਉਹ ਸਾਡੇ ਤੋਂ ਦੂਰ ਨਾ ਰਹੇ। ਅਸਾਂ ਤੇ ਲਾ ਪਿਆਰ ਖੰਭ ਉੱਡਣਾ, ਸਾਨੂੰ ਕੀ ਧਰਤ ਅੰਬਰ ਵੱਲਣਾ। ਅਸੀਂ ਪਿਆਰ ਦੇ ਨਾਲ ਜਿਹੜਾ ਹੈ ਮਿਹਨਤ ਕਰਦੇ ਹੋਏ, ਆਪਣੀ ਹਰ ਮੰਜ਼ਿਲ ਨੂੰ ਪ੍ਰਾਪਤ ਕਰਦੇ ਹੋਏ, ਹਰ ਧਰਤ ਅੰਬਰ, ਪੂਰੀ ਦੁਨੀਆ ਦੇ ਵਿੱਚ ਜਿਹੜੀ ਇਹ ਤਰੱਕੀ ਹੈ, ਉਹ ਆਪਣੇ ਦੇਸ਼ ਦੀ ਤਰੱਕੀ ਹੈ ਜਿਹੜੀ ਉਹ ਕਰਨੀ ਹੈ। ਅਸਾਂ ਨਹੀਂ ਹੁਣ ਹੋਣੀਆਂ ਤੋਂ ਰੁਕਣਾ, ਅਸੀਂ ਕਿਸੇ ਵੀ ਮੁਸ਼ਕਿਲ ਦੇ ਅੱਗੇ ਨਹੀਂ ਰੁਕਣਾ, ਸਾਨੂੰ ਕੀ ਇਸ ਲੋਕ ਲਾਜ ਠੱਲਣਾ। ਕਿ ਲੋਕਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਇਹ ਵਿਚਾਰ ਆ ਜਾਂਦੇ ਆ, ਲੋਕਾਂ ਦੀ ਸ਼ਰਮ ਆ ਜਾਂਦੀ ਹੈ ਕਿ ਲੋਕ ਕੀ ਕਹਿਣਗੇ। ਤਾਂ ਇੱਥੇ ਕਵੀ ਹੈ ਜਿਹੜਾ ਉਹ ਇਹ ਕਹਿੰਦਾ ਹੈ ਕਿ ਅਸੀਂ ਕਿਸੇ ਦੇ ਰੋਕਣ 'ਤੇ ਜਾਂ ਕਿਸੇ ਦੇ ਟੋਕਣ 'ਤੇ ਨਹੀਂ ਰੁਕਣਾ, ਅਸੀਂ ਕਿਸੇ ਮੁਸ਼ਕਿਲ ਤੋਂ ਘਬਰਾ ਕੇ ਨਹੀਂ ਰੁਕਣਾ, ਅਸੀਂ ਲਗਾਤਾਰ ਮਿਹਨਤ ਕਰਦੇ ਹੋਏ ਆਪਦੀ ਮੰਜ਼ਿਲ ਪ੍ਰਾਪਤ ਕਰਨੀ ਹੈ। ਅਜੇ ਤਾਂ ਇੱਕੋ ਚਿਣਕ ਲੱਗੀ ਸਾਨੂੰ, ਚਿਣਕ ਹੁੰਦਾ ਹੈ ਚੰਗਿਆੜੀ, ਅਜੇ ਤਾਂ ਕਹਿੰਦੇ ਸਾਨੂੰ ਇੱਕ ਚਿਣਕ ਲੱਗੀ ਹੈ, ਅਜੇ ਤਾਂ ਅਸਾਂ ਭਾਂਬੜ ਬਣ ਬੱਲਣਾ, ਅਜੇ ਤਾਂ ਅਸੀਂ ਜਿਵੇਂ ਭਾਂਬੜ ਬਣ ਜਾਂਦਾ, ਲਪਟਾਂ ਬਣ ਜਾਂਦੀਆਂ, ਉਹ ਬਣ ਕੇ ਜਿਹੜਾ ਹੈ ਅੱਗੇ ਜਾਣਾ ਹੈ। ਸਾਡੇ ਦੇ ਅੰਦਰ ਇੰਨਾ ਵਿਸ਼ਵਾਸ, ਮਿਹਨਤ ਕਰਨ ਦੀ ਇੰਨੀ ਕਸਕ ਹੋਣੀ ਚਾਹੀਦੀ ਹੈ ਕਿ ਅਸੀਂ ਹਰ ਮੰਜ਼ਿਲ ਨੂੰ ਪ੍ਰਾਪਤ ਕਰਨ ਦੇ ਲਈ ਉਹਦੇ ਲਈ ਮਿਹਨਤ ਕਰੀਏ। ਜਿਹੜੀ ਚਿਣਕ ਸਾਡੇ ਅੰਦਰ ਲੱਗੀ ਹੋਈ ਹੈ, ਅਜੇ ਤਾਂ ਇੱਕੋ ਬੂੰਦ ਮਿਲੀ ਸਾਨੂੰ, ਅਜੇ ਤਾਂ ਅਸੀਂ ਪਿਆਲਿਆਂ 'ਤੇ ਪਲਣਾ, ਅਸਾਂ ਤਾਂ ਹੁਣ ਅੱਗਿਓਂ ਅੱਗੇ ਚੱਲਣਾ, ਅਸਾਂ ਨਾ ਹੁਣ ਕਿਸੇ ਪੜਾਅ ਟਲਣਾ। ਕਹਿੰਦੇ ਹਜੇ ਤਾਂ ਸਾਨੂੰ ਸਿਰਫ ਇੱਕ ਬੂੰਦ ਮਿਲੀ ਹੈ, ਅਜੇ ਤਾਂ ਅਸੀਂ ਪੂਰੇ ਦੇ ਪੂਰੇ ਪਿਆਲੇ ਆ ਜਿਹੜੇ ਉਹ ਪ੍ਰਾਪਤ ਕਰਨੇ ਹੈ, ਭਾਵ ਅਸੀਂ ਆਪਣੇ ਦੇਸ਼ ਨੂੰ ਹੋਰ ਤਰੱਕੀ ਦੀਆਂ ਲੀਹਾਂ 'ਤੇ ਲੈ ਕੇ ਜਾਣਾ। ਅਸੀਂ ਤਾਂ ਹੁਣ ਅੱਗਿਓਂ ਅੱਗੇ ਚੱਲਣਾ, ਅਸੀਂ ਅੱਗੇ ਤੋਂ ਅੱਗੇ ਵੱਧਦੇ ਰਹਿਣਾ, ਸੰਘਰਸ਼ ਕਰਦੇ ਰਹਿਣਾ, ਮਿਹਨਤ ਕਰਦੇ ਰਹਿਣਾ, ਤਾਂ ਕਿ ਅਸੀਂ ਹਰ ਮੰਜ਼ਿਲ ਨੂੰ, ਤਰੱਕੀ ਦੀਆਂ ਜਿਹੜੀਆਂ ਬੁਲੰਦੀਆਂ ਉਹਨਾਂ ਨੂੰ ਪ੍ਰਾਪਤ ਕਰ ਸਕੀਏ। ਸਾਡੀਆਂ ਉਡਾਰੀਆਂ ਜਿਹੜੀਆਂ ਉਹਨਾਂ ਨੂੰ ਕੋਈ ਰੋਕ ਨਾ ਸਕੇ, ਕੋਈ ਪੜਾਅ ਹੈ ਜਿਹੜਾ, ਕੋਈ ਮੰਜ਼ਿਲ ਹੈ, ਠਹਿਰਨ ਦੀ ਥਾਂ ਹੈ, ਉਹ ਸਾਨੂੰ ਰੋਕ ਨਹੀਂ ਸਕਦੀ। ਇਹ ਸੀ ਕਵਿਤਾ ਦੀ ਵਿਆਖਿਆ ਅੱਗੋਂ ਅੱਗੇ ਚੱਲਣਾ। ਕਵਿਤਾ ਦੇ ਵਿੱਚੋਂ ਹੀ ਤੁਹਾਨੂੰ ਪ੍ਰਸ਼ਨ ਆਉਣਾ ਕੇਂਦਰੀ ਭਾਵ, ਤਾਂ ਹੁਣ ਤੁਸੀਂ ਇਸ ਕਵਿਤਾ ਦਾ ਜੋ ਕੇਂਦਰੀ ਭਾਵ ਹੈ ਉਹ ਨੋਟ ਕਰ ਲਓ। ਕਵਿਤਾ ਅੱਗਿਓਂ ਅੱਗੇ ਚੱਲਣਾ ਦਾ ਕੇਂਦਰੀ ਭਾਵ। ਕਵਿਤਾ ਅੱਗਿਓਂ ਅੱਗੇ ਚੱਲਣਾ ਵਿੱਚ ਪ੍ਰੋਫੈਸਰ ਮੋਹਨ ਸਿੰਘ ਨੇ ਲਗਾਤਾਰ ਅੱਗੇ ਵਧਣ ਅਤੇ ਸੰਘਰਸ਼ ਕਰਦੇ ਰਹਿਣ ਦੀ ਭਾਵਨਾ ਸਦਕਾ ਦੇਸ਼ ਨੂੰ ਤਰੱਕੀ ਦੀਆਂ ਸਿਖਰਾਂ ਤੱਕ ਲੈ ਜਾਣ ਦਾ ਸੰਕਲਪ ਪੇਸ਼ ਕਰਦਿਆਂ ਨੌਜਵਾਨਾਂ ਨੂੰ ਮਿਹਨਤ ਕਰਕੇ ਹੰਭਲਾ ਮਾਰਨ ਦਾ ਸੰਦੇਸ਼ ਦਿੱਤਾ ਹੈ।
ਇਹ ਸੀ ਕਵਿਤਾ ਦਾ ਕੇਂਦਰੀ ਭਾਵ। ਇਸ ਤੋਂ ਜਿਹੜੀ ਅਗਲੀ ਕਵਿਤਾ ਹੈ ਉਹ ਹੈ ਗੁਰੂ ਨਾਨਕ ਨੂੰ। ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਗੁਰੂ ਨਾਨਕ ਨੂੰ ਤੁਸੀਂ ਕਾਵਿ ਉਚਾਰਨ ਮੁਕਾਬਲਿਆਂ ਦੇ ਵਿੱਚ ਵੀ ਸੁਣੀ ਹੋਣੀ ਹੈ। ਬਹੁਤ ਹੀ ਪ੍ਰਸਿੱਧ ਕਵਿਤਾ ਹੈ ਗੁਰੂ ਨਾਨਕ ਨੂੰ। ਸਭ ਤੋਂ ਪਹਿਲਾਂ ਆਪਾਂ ਇਸ ਕਵਿਤਾ ਦਾ ਉਚਾਰਨ ਕਰਦੇ ਹਾਂ। ਕਵਿਤਾ ਗੁਰੂ ਨਾਨਕ ਨੂੰ। ਆ ਬਾਬਾ ਤੇਰਾ ਵਤਨ ਹੈ ਵੀਰਾਨ ਹੋ ਗਿਆ, ਰੱਬ ਦੇ ਘਰਾਂ ਦਾ ਰਾਖਾ ਮੁੜ ਸ਼ੈਤਾਨ ਹੋ ਗਿਆ। ਕਲਯੁਗ ਹੈ ਰਥ ਅਗਨ ਦਾ ਤੂੰ ਆਪ ਆਖਿਆ, ਕਲਯੁਗ ਹੈ ਰਥ ਅਗਨ ਦਾ ਤੂੰ ਆਪ ਆਖਿਆ। ਮੁੜ ਕੂੜ ਉਸ ਰਥ ਦਾ ਰਥਵਾਨ ਹੋ ਗਿਆ, ਜੋ ਖਾਬ ਸੀ ਤੂੰ ਦੇਖਿਆ ਵਣ ਥੱਲੇ ਸੁੱਤਿਆਂ। ਸੋਹਣਾ ਉਹ ਤੇਰਾ ਖਾਬ ਪਰੇਸ਼ਾਨ ਹੋ ਗਿਆ। ਉਹ ਮੱਚੇ ਤੇਰੀ ਦੇਸ਼ ਦੀ ਹਿੱਕ ਤੇ ਉਲੰਬੜੇ, ਪੰਜ ਪਾਣੀਆਂ ਦਾ ਪਾਣੀ ਵੀ ਹੈਰਾਨ ਹੋ ਗਿਆ। ਉਹ ਝੁੱਲੀਆਂ ਤੇਰੇ ਦੇਸ਼ ਉੱਤੇ ਮਾਰੂ ਹਨੇਰੀਆਂ, ਉੱਡ ਕੇ ਸਾਡਾ ਆਲਣਾ ਕੱਖ ਕਾਨ ਹੋ ਗਿਆ। ਯੁਗਾਂ ਦੀ ਸਾਂਝੀ ਸੱਭਿਅਤਾ ਪੈਰੀਂ ਲਿਤੜ ਗਈ, ਸਦੀਆਂ ਦੇ ਸਾਂਝੇ ਖੂਨ ਦਾ ਵੀ ਨਾਣ ਹੋ ਗਿਆ। ਵੰਡ ਬੈਠੇ ਤੇਰੇ ਪੁੱਤ ਨੇ ਸਾਂਝੇ ਸਵਰਗ ਨੂੰ, ਵੰਡਿਆ ਸਵਰਗ ਨਰਕ ਦਾ ਸਮਿਆਨ ਹੋ ਗਿਆ। ਉਧਰ ਧਰਮ ਗ੍ਰੰਥਾਂ ਤੇ ਮੰਦਰਾਂ ਦਾ ਜਸ ਗਿਆ, ਇੱਧਰ ਮਸੀਤੋਂ ਬਾਹਰ ਹੈ ਕੁਰਾਨ ਹੋ ਗਿਆ। ਹਿੰਦਵਾਣੀਆਂ ਤੁਰਕਾਣੀਆਂ ਦੋਹਾਂ ਦੀ ਪੱਤ ਗਈ, ਬੁਰਕੇ ਸੰਦੂਰ ਦੋਹਾਂ ਦਾ ਅਪਮਾਨ ਹੋ ਗਿਆ। ਇੱਕ ਪਾਸੇ ਪਾਕ ਪਾਕੀ ਪਾਕਿਸਤਾਨ ਹੋ ਗਿਆ, ਇੱਕ ਪਾਸੇ ਹਿੰਦੂ ਹਿੰਦੀ ਹਿੰਦੁਸਤਾਨ ਹੋ ਗਿਆ। ਇੱਕ ਸੱਜੀ ਤੇਰੀ ਅੱਖ ਸੀ, ਇੱਕ ਖੱਬੀ ਤੇਰੀ ਅੱਖ ਸੀ, ਦੋਹਾਂ ਦਾ ਹਾਲ ਤੇ ਨੁਕਸਾਨ ਹੋ ਗਿਆ। ਕੁਝ ਐਸਾ ਕੁਫਰ ਤੋਲਿਆ ਈਮਾਨ ਵਾਲਿਆਂ ਕਿ ਕੁਫਰ ਤੋਂ ਵੀ ਹੌਲਾ ਹੈ ਈਮਾਨ ਹੋ ਗਿਆ। ਮੁੜ ਮੈਦੇ ਬਾਸਮਤੀਆਂ ਦਾ ਆਦਰ ਹੈ ਵਧਿਆ, ਮੁੜ ਕੋਦਰੇ ਦੀ ਰੋਟੀ ਦਾ ਅਪਮਾਨ ਹੋ ਗਿਆ। ਮੁੜ ਭਾਗੋਆਂ ਦੀ ਚਾਦਰੀ ਛਿੱਟੇ ਨੇ ਖੂਨ ਦੇ, ਮੁੜ ਲਾਲੋਆਂ ਦੇ ਖੂਨ ਦਾ ਨੁਚੜਾਨ ਹੋ ਗਿਆ। ਫਿਰ ਉੱਚਿਆਂ ਦੇ ਮਹਿਲਾਂ ਤੇ ਸੋਨਾ ਮੜੀ ਰਿਹਾ, ਫਿਰ ਨੀਵਿਆਂ ਦੀ ਕੁੱਲੀ ਦਾ ਵੀ ਵਾਹਣ ਹੋ ਗਿਆ। ਉਸ ਸੂਰ ਉਸ ਗਾਓ ਦਾ ਹੱਕ ਨਾਰਾ ਲਾਇਆ ਤੂੰ, ਇਹ ਹੱਕ ਪਰ ਨਿਹੱਕ ਤੋਂ ਕੁਰਬਾਨ ਹੋ ਗਿਆ। ਮੁੜ ਗਾਉਣੇ ਪਏ ਨੇ ਮੈਨੂੰ ਸੋਲੇ ਖੂਨ ਦੇ, ਪਾ ਪਾ ਕੇ ਕੰਗੂ ਰਤ ਦਾ ਰਤਲਾਣ ਹੋ ਗਿਆ। ਤੂੰ ਰੱਬ ਨੂੰ ਵੰਗਾਰਿਆ ਤੈਨੂੰ ਵੰਗਾਰਾ ਮੈਂ, ਆਇਆ ਨਾ ਤੈਂ ਕੀ ਦਰਦ ਇੰਨਾ ਘਾਣ ਹੋ ਗਿਆ। ਇਹ ਸੀ ਕਵਿਤਾ ਗੁਰੂ ਨਾਨਕ ਨੂੰ। ਇਸ ਦੀ ਵਿਆਖਿਆ ਕਰਨ ਤੋਂ ਪਹਿਲਾਂ ਇਸ ਦਾ ਪ੍ਰਸੰਗ ਨੋਟ ਕਰ ਲਓ। ਇਹ ਕਾਵਿ ਟੋਟਾ ਸਾਡੀ ਪੰਜਾਬੀ ਪੁਸਤਕ ਸਾਹਿਤਮਾਲਾ 9ਵੀਂ ਵਿੱਚ ਦਰਜ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਗੁਰੂ ਨਾਨਕ ਨੂੰ ਵਿੱਚੋਂ ਲਿਆ ਗਿਆ ਹੈ। ਇਸ ਕਵਿਤਾ ਵਿੱਚ ਕਵੀ ਨੇ ਗੁਰੂ ਨਾਨਕ ਨੂੰ ਸੰਬੋਧਿਤ ਹੋ ਕੇ 1947 ਈਸਵੀ ਵਿੱਚ ਧਰਮ ਦੇ ਆਧਾਰ 'ਤੇ ਹੋਈ ਪੰਜਾਬ ਦੀ ਵੰਡ ਦਾ ਮਾਰਮਿਕ ਦ੍ਰਿਸ਼ ਰੂਪਮਾਨ ਕੀਤਾ ਹੈ। ਵਿਦਿਆਰਥੀਓ, ਇਹ ਸੀ ਪ੍ਰਸੰਗ ਜੋ ਤੁਸੀਂ ਵਿਆਖਿਆ ਕਰਨ ਦੇ ਦੌਰਾਨ ਲਿਖਣਾ ਹੈ। ਵਿਆਖਿਆ ਇਸ ਕਵਿਤਾ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਸੰਬੋਧਿਤ ਹੁੰਦਿਆਂ ਹੋਇਆਂ ਕਵੀ ਕਹਿੰਦਾ ਹੈ ਕਿ ਬਾਬਾ ਤੇਰਾ ਵਤਨ ਹੈ ਉਹ ਵੀਰਾਨ ਹੋ ਗਿਆ, ਉਜੜ ਗਿਆ, ਅਤੇ ਰੱਬ ਦੇ ਘਰਾਂ ਦਾ ਰਾਖਾ ਮੁੜ ਸ਼ੈਤਾਨ ਹੋ ਗਿਆ। ਜਿਹੜਾ ਰੱਬ ਦੇ ਘਰਾਂ ਦਾ ਰਾਖਾ ਸੀ ਉਹ ਦੁਸ਼ਟ ਭੈੜਾ ਜਾਂ ਬੁਰਾ ਹੋ ਗਿਆ। ਤੂੰ ਆਖਿਆ ਸੀ ਕਿ ਕਲਯੁਗ ਰਥ ਅਗਨ ਦਾ, ਤੂੰ ਆਪ ਆਖਿਆ ਸੀ, ਕਹਿੰਦੇ ਗੁਰੂ ਨਾਨਕ ਦੇਵ ਜੀ ਨੇ ਗੱਲ ਕਹੀ ਸੀ ਕਿ ਕਲਯੁਗ ਰਥ ਅਗਨ ਦਾ, ਅਤੇ ਉਸ ਰਥ ਦਾ ਜਿਹੜਾ ਰਥਵਾਨ ਹੈ, ਰਥ ਚਲਾਉਣ ਵਾਲਾ ਹੈ, ਉਹ ਝੂਠ ਬਣ ਗਿਆ। ਜੋ ਖਾਬ ਸੀ ਤੂੰ ਦੇਖਿਆ ਵਣ ਥੱਲੇ ਸੁੱਤਿਆਂ, ਵਣ ਜੰਗਲ, ਜੰਗਲ ਦੇ ਵਿੱਚ ਸੁੱਤਿਆ ਹੋਇਆ ਜਿਹੜਾ ਸੁਪਨਾ ਤੂੰ ਦੇਖਿਆ ਸੀ ਉਹ ਤੇਰਾ ਸੋਹਣਾ ਸੁਪਨਾ ਸੀ ਜਿਹੜਾ ਉਹ ਪਰੇਸ਼ਾਨ ਹੋ ਗਿਆ। ਉਹ ਮੱਚੇ ਤੇਰੇ ਦੇਸ਼ ਦੀ ਹਿੱਕ ਤੇ ਉਲੰਬੜੇ, ਉਲੰਬੜੇ ਹੁੰਦਾ ਭਾਂਬੜ, ਤੇਰੇ ਦੇਸ਼ ਦੀ ਹਿੱਕ ਤੇ ਭਾਂਬੜ ਭਾਵ ਇੰਨਾ ਕਤਲੋ ਗਾਰਤ 1947 ਦੇ ਵਿੱਚ ਹੋਈ ਕਿ ਜਿਹੜਾ ਪੰਜ ਪਾਣੀਆਂ ਦਾ ਪਾਣੀ ਸੀ ਉਹ ਵੀ ਹੈਰਾਨ ਹੋ ਗਿਆ। ਪੰਜਾਬ ਹੈ ਜਿਹੜਾ, ਪੰਜਾਬ ਦਾ ਨਾਂ ਹੀ ਪੰਜ ਦਰਿਆਵਾਂ ਦੀ ਧਰਤੀ ਹੋਣ ਕਰਕੇ ਹੋਇਆ। ਤਾਂ ਉਹ ਝੁੱਲੀਆਂ ਤੇਰੇ ਦੇਸ਼ 'ਤੇ ਮਾਰੂ ਹਨੇਰੀਆਂ, ਉੱਡ ਕੇ ਸਾਡਾ ਆਲਣਾ ਕੱਖ ਕਾਨ ਹੋ ਗਿਆ। ਭਾਵ ਤੀਲਾ ਤੀਲਾ ਸਾਡੇ ਆਲਣੇ ਦਾ ਭਾਵ ਘਰਾਂ ਦਾ ਤੀਲਾ ਤੀਲਾ ਹੋ ਗਿਆ। ਜੀਵਨ ਬਿਖਰ ਗਿਆ ਉਸ ਸਮੇਂ ਦੇ ਦੌਰਾਨ। ਸਦੀਆਂ ਦੀ ਸਾਂਝ ਜਿਹੜੀ ਲੋਕਾਂ ਦੇ ਵਿੱਚ ਆਪਸ ਦੇ ਵਿੱਚ ਬਣੀ ਹੋਈ ਸੀ, ਤਾਂ ਉਸ ਸਮੇਂ ਸਵਰਗ
ਰੂਪੀ ਇਸ ਦੇਸ਼ ਦੇ ਵਿੱਚ ਲੋਕ ਹੈ ਜਿਹੜੇ ਹਿੰਦੁਸਤਾਨ ਦੇ ਵਿੱਚ ਰਹਿ ਰਹੇ ਸੀ, ਤਾਂ ਉਹ ਆਪਸ ਦੇ ਵਿੱਚ ਉਹਨਾਂ ਦੇ ਵਿੱਚ ਵੈਰ ਜਿਹੜਾ ਹੈ ਧਰਮ ਦੇ ਨਾਂ 'ਤੇ ਪੈਦਾ ਹੋ ਗਿਆ ਅਤੇ ਉਹ ਸਵਰਗ ਰੂਪੀ ਜਿਹੜਾ ਦੇਸ਼ ਸੀ ਉਹ ਨਰਕ ਦੇ ਸਮਾਨ ਹੋ ਗਿਆ। ਨਰਕ ਵਾਂਗ ਇੱਕ ਦੂਜੇ 'ਤੇ ਜ਼ੁਲਮ ਹੈ ਜਿਹੜੇ ਉਹ ਕੀਤੇ ਜਾਣੇ ਸ਼ੁਰੂ ਹੋ ਗਏ। ਕਹਿੰਦੇ ਉਧਰ ਧਰਮ ਗ੍ਰੰਥਾਂ ਅਤੇ ਮੰਦਰਾਂ ਦਾ ਜਸ ਗਿਆ, ਜਿਹੜੀ ਵਡਿਆਈ ਮੰਦਰਾਂ ਦੀ ਜਾਂ ਧਰਮ ਗ੍ਰੰਥਾਂ ਦੀ ਸੀ, ਇੱਧਰੋਂ ਮਸੀਤੋਂ ਬਾਹਰ ਹੈ ਕੁਰਾਨ ਹੋ ਗਿਆ। ਹਿੰਦੂ ਅਤੇ ਮੁਸਲਮਾਨ ਧਰਮ ਦੇ ਨਾਂ 'ਤੇ ਦੇਸ਼ ਦੀ ਵੰਡ ਕੀਤੀ ਗਈ, ਤਾਂ ਦੋਨੇ ਪਾਸੇ ਹੀ ਲੋਕਾਂ ਨੂੰ ਜਿਹੜਾ ਹੈ ਸਾਹਮਣਾ ਕਰਨਾ ਪਿਆ ਦੁੱਖ ਦਾ, ਦਰਦ ਦਾ। ਉਹ ਚਾਹੇ ਧਰਮ ਗ੍ਰੰਥਾਂ ਦਾ ਸੀ ਅਪਮਾਨ ਸੀ, ਜਾਂ ਮੰਦਰਾਂ ਮਸਜਿਦਾਂ ਦਾ ਅਪਮਾਨ ਕਰਨ ਦੇ ਰੂਪ ਦੇ ਵਿੱਚ ਉਹਨਾਂ ਨੂੰ ਮਿਲਿਆ। ਹਿੰਦਵਾਣੀਆਂ ਤੁਰਕਾਣੀਆਂ ਦੋਹਾਂ ਦੀ ਪੱਤ ਗਈ, ਬੁਰਕੇ ਸੰਧੂਰ ਦੋਹਾਂ ਦਾ ਅਪਮਾਨ ਹੋ ਗਿਆ। ਔਰਤਾਂ ਚਾਹੇ ਉਹ ਹਿੰਦੂ ਔਰਤਾਂ ਸੀ ਚਾਹੇ ਉਹ ਮੁਸਲਿਮ ਔਰਤਾਂ ਸੀ, ਦੋਨਾਂ ਨੂੰ ਹੀ ਇਸ ਦਰਦ ਦੇ ਵਿੱਚੋਂ ਲੰਘਣਾ ਪਿਆ, ਇਸ ਦਰਦ ਨੂੰ ਮਹਿਸੂਸ ਕਰਨਾ ਪਿਆ। ਉਹਨਾਂ ਦੀ ਇੱਜ਼ਤ ਜਿਹੜੀ ਹੈ ਉਹ ਲੁੱਟੀ ਗਈ, ਜਾਂ ਉਹਨਾਂ ਚਾਹੇ ਉਹ ਬੁਰਕਾ ਪਹਿਨਦੇ ਸੀ ਚਾਹੇ ਉਹ ਸੰਦੂਰ ਲਾਉਂਦੇ ਸੀ, ਦੋਨਾਂ ਦਾ ਹੀ ਜਿਹੜੀ ਬੇਇੱਜ਼ਤੀ ਹੋਈ। ਇੱਕ ਪਾਸੇ ਪਾਕਿਸਤਾਨ ਹੋ ਗਿਆ, ਇੱਕ ਪਾਸੇ ਹਿੰਦੂ ਹਿੰਦੀ ਹਿੰਦੁਸਤਾਨ ਹੋ ਗਿਆ। ਇੱਕ ਸੱਜੀ ਤੇਰੀ ਅੱਖ ਸੀ, ਇੱਕ ਖੱਬੀ ਤੇਰੀ ਅੱਖ ਸੀ। ਗੁਰੂ ਨਾਨਕ ਦੇਵ ਜੀ ਦੇ ਲਈ ਸਾਰੇ ਧਰਮ ਬਰਾਬਰ ਸਨ, ਉਹਨਾਂ ਲਈ ਕੋਈ ਜਿਹੜਾ ਹੈ ਊਚ ਨੀਚ ਨਹੀਂ ਸੀ। ਤਾਂ ਕਹਿੰਦੇ ਦੋਹਾਂ ਅੱਖਾਂ ਦਾ ਹਾਲ ਅਤੇ ਨੁਕਸਾਨ ਹੋ ਗਿਆ, ਦੋਨਾਂ ਦਾ ਹੀ, ਚਾਹੇ ਉਹ ਹਿੰਦੂ ਸੀ ਚਾਹੇ ਉਹ ਮੁਸਲਮਾਨ ਸੀ, ਦੋਹਾਂ ਦਾ ਹੀ ਅਪਮਾਨ ਹੈ ਜਿਹੜਾ, ਜਾਂ ਦਰਦ ਜਿਹੜਾ ਉਸ ਸਮੇਂ ਦੇ ਵਿੱਚ ਉਹਨਾਂ ਨੇ ਮਹਿਸੂਸ ਕੀਤਾ, ਉਹ ਦੋਵਾਂ ਦਾ ਹੀ ਹੋਇਆ। ਕੁਝ ਐਸਾ ਕੁਫਰ ਤੋਲਿਆ ਈਮਾਨ ਵਾਲਿਆਂ ਕਿ ਕੁਫਰ ਤੋਂ ਵੀ ਹੌਲਾ ਹੈ ਈਮਾਨ ਹੋ ਗਿਆ। ਹੁਣ ਕਹਿੰਦੇ ਝੂਠ ਜਿਹੜਾ ਵਰਤ ਕੇ ਜਾਂ ਝੂਠ ਦੇ ਆਧਾਰ 'ਤੇ ਜਿਹੜਾ ਇੱਕ ਦੂਜੇ ਨਾਲ ਜਿਹੜੀ ਬੇਇਨਸਾਫੀ ਕੀਤੀ, ਇੱਕ ਦੂਜੇ ਦੇ ਉੱਤੇ ਜ਼ੁਲਮ ਕੀਤਾ ਗਿਆ, ਅੱਤਿਆਚਾਰ ਕੀਤਾ ਗਿਆ ਧਰਮ ਦੇ ਨਾਂ 'ਤੇ। ਤਾਂ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਧਰਮ ਵੀ ਕੁਫਰ ਤੋਂ ਵੀ ਹੌਲਾ ਹੋ ਗਿਆ, ਝੂਠ ਤੋਂ ਵੀ ਹੌਲਾ ਹੋ ਗਿਆ। ਕਹਿੰਦੇ ਮੁੜ ਮੈਦੇ ਬਾਸਮਤੀਆਂ ਦਾ ਆਦਰ ਹੈ ਵਧਿਆ, ਮੁੜ ਕੋਦਰੇ ਦੀ ਰੋਟੀ ਦਾ ਅਪਮਾਨ ਹੋ ਗਿਆ। ਕਿ ਅਮੀਰ ਜਿਹੜੇ ਲੋਕ ਸੀ ਉਹਨਾਂ ਦਾ ਆਦਰ ਵੱਧ ਗਿਆ, ਅਤੇ ਜਿਹੜੇ ਇੱਥੇ ਗੱਲ ਕੀਤੀ ਗਈ ਹੈ ਕੋਦਰੇ ਦੀ ਰੋਟੀ, ਕਿ ਭਾਈ ਲਾਲੋ ਜਿਹੜੇ ਕਿ ਮਿਹਨਤ ਦੀ ਕਮਾਈ ਕਰਦੇ ਨੇ ਉਹਨਾਂ ਦੀ ਬੇਇੱਜ਼ਤੀ ਹੋਈ, ਉਹਨਾਂ ਦਾ ਅਪਮਾਨ ਹੋਇਆ। ਮੁੜ ਭਾਗੋਆਂ ਦੀ ਚਾਦਰੀ, ਮਲਿਕ ਭਾਗੋ ਜਿਹੜੀ ਕਿ ਗੱਲ ਇੱਥੇ ਇਸ਼ਾਰਾ ਕੀਤਾ ਗਿਆ ਕਿ ਉਹ ਫਿਰ ਉਹਨਾਂ ਦੇ ਛਿੱਟੇ ਨੇ ਖੂਨ ਦੇ, ਮੁੜ ਲਾਲੋਆਂ ਦੇ ਖੂਨ ਦਾ ਨਿਚੜਾਨ ਹੋ ਗਿਆ। ਕਿ ਉਹ ਜਿਹੜੇ ਮਿਹਨਤ ਮਜ਼ਦੂਰੀ ਕਰਕੇ ਜਾਂ ਮਿਹਨਤ ਨਾਲ ਆਪਦਾ ਪੇਟ ਪਾਲਦੇ ਨੇ, ਉਹਨਾਂ ਦਾ ਫਿਰ ਉਸੇ ਤਰ੍ਹਾਂ ਅਪਮਾਨ ਹੋਇਆ। ਫਿਰ ਉੱਚਿਆਂ ਦੇ ਮਹਿਲਾਂ 'ਤੇ ਸੋਨਾ ਮੜੀ ਰਿਹਾ, ਫਿਰ ਨੀਵਿਆਂ ਦੀ ਕੁੱਲੀ ਦਾ ਵੀ ਵਾਹਣ ਹੋ ਗਿਆ। ਉਹ ਸੂਰ ਉਸ ਗਾਓ ਦਾ ਹੱਕ ਨਾਰਾ ਲਾਇਆ ਤੂੰ, ਇਹ ਹੱਕ ਪਰ ਨਿਹੱਕ ਤੋਂ ਕੁਰਬਾਨ ਹੋ ਗਿਆ। ਕਵੀ ਨੇ ਇੱਥੇ ਦੱਸਿਆ ਕਿ ਫਿਰ ਉੱਚਿਆਂ ਦੇ ਮਹਿਲਾਂ 'ਤੇ ਉਸ ਸਮੇਂ ਜਿਹੜੇ ਹਾਲਾਤ ਬਣੇ, ਜੋ ਸਾਨੂੰ ਸਾਹਮਣਾ ਕਰਨਾ ਪਿਆ, ਉਸ ਸਮੇਂ ਦੇ ਲੋਕਾਂ ਨੂੰ ਸਾਹਮਣਾ ਕਰਨਾ ਪਿਆ ਕਿ ਅਮੀਰ ਹੋਰ ਅਮੀਰ ਹੁੰਦੇ ਗਏ ਅਤੇ ਗਰੀਬ ਹੈ ਜਿਹੜੇ ਉਹ ਹੋਰ ਗਰੀਬ ਹੁੰਦੇ ਗਏ। ਹਰ ਧਰਮ ਦਾ ਸਤਿਕਾਰ ਹੈ ਜਿਹੜਾ ਉਹ ਗੁਰੂ ਨਾਨਕ ਦੇਵ ਜੀ ਨੇ ਕਰਨ ਦੇ ਲਈ ਉਪਦੇਸ਼ ਦਿੱਤਾ ਕਿ ਜਿਸ ਤਰ੍ਹਾਂ ਹਿੰਦੂ ਧਰਮ ਦੇ ਵਿੱਚ ਗਊ ਅਤੇ ਇਸਲਾਮ ਧਰਮ ਦੇ ਵਿੱਚ ਸੂਰ ਦਾ ਸਤਿਕਾਰ ਹੈ ਜਿਹੜਾ ਉਹ ਹਰ ਇਨਸਾਨ, ਇੱਕ ਇਨਸਾਨੀਅਤ ਦੇ ਪੱਖ ਤੋਂ ਸਾਨੂੰ ਹਰ ਇੱਕ ਦੇ ਵਿਚਾਰਧਾਰਾ ਦਾ ਜਿਹੜਾ ਸਤਿਕਾਰ ਹੈ ਉਹ ਕਰਨਾ ਚਾਹੀਦਾ ਹੈ। ਤਾਂ ਮੁੜ ਗਾਉਣੇ ਪਏ ਨੇ ਮੈਨੂੰ ਸੋਹਲੇ ਖੂਨ ਦੇ, ਪਾ ਕੇ ਕੰਗੂ ਰਤ ਦਾ ਰਤਲਾਣ ਹੋ ਗਿਆ। ਤੂੰ ਰੱਬ ਨੂੰ ਵੰਗਾਰਿਆ ਤੈਨੂੰ ਵੰਗਾਰਾਂ ਮੈਂ, ਆਇਆ ਨਾ ਤੈਂ ਕੀ ਦਰਦ ਇੰਨਾ ਘਾਣ ਹੋ ਗਿਆ। ਤਾਂ ਕਵੀ ਇੱਥੇ ਕਹਿ ਰਿਹਾ ਕਿ ਮੈਨੂੰ ਵੀ ਵਡਿਆਈ, ਸੋਹਲੇ ਹੁੰਦੇ ਵਡਿਆਈ ਦੇ ਗੀਤ, ਕਿ ਮੈਨੂੰ ਵੀ ਖੂਨ ਦੇ ਸੋਹਲੇ ਗਾਉਣੇ ਪਏ ਕਿ ਪਾ ਕੇ ਕੰਗੂ ਰਤ ਦਾ ਰਤਲਾਣ ਹੋ ਗਿਆ। ਕੰਗੂ ਹੁੰਦਾ ਹੈ ਕੇਸਰ, ਜਾਂ ਪੁਰਾਣੇ ਸਮੇਂ ਦੇ ਵਿੱਚ ਔਲੇ ਅਤੇ ਹਲਦੀ, ਇਹਨਾਂ ਦੋਨਾਂ ਨੂੰ ਮਿਸ਼ਰਣ ਇਹਨਾਂ ਦਾ ਤਿਆਰ ਕਰਕੇ ਜਿਹੜਾ ਉਹ ਬਣਾਇਆ ਜਾਂਦਾ ਸੀ, ਸੰਧੂਰ ਦੇ ਵਜੋਂ ਵੀ ਉਹਨੂੰ ਵਰਤਿਆ ਜਾਂਦਾ ਸੀ। ਤਾਂ ਉਹ ਵੀ ਰਤਲਾਣ ਭਾਵ ਉਹ ਵੀ ਖੂਨ ਜਿਹੜਾ ਹੈ ਖੂਨ ਦੇ ਨਾਲ ਭਰਿਆ ਗਿਆ। ਉਸ ਸਮੇਂ ਹਾਲਾਤ ਇਸ ਤਰ੍ਹਾਂ ਦੇ ਬਣ ਗਏ। ਤਾਂ ਕਵੀ ਕਹਿੰਦਾ ਕਿ ਇਹ ਗੁਰੂ ਨਾਨਕ ਦੇਵ ਜੀ ਨੂੰ ਸੰਬੋਧਿਤ ਹੁੰਦਿਆਂ ਕਿ ਤੂੰ ਰੱਬ ਨੂੰ ਵੰਗਾਰਿਆ ਅਤੇ ਤੈਨੂੰ ਵੰਗਾਰਾਂ ਮੈਂ, ਚੁਕੰਨੇ ਕਰਾਂ ਜਾਂ ਚੇਤਾਵਨੀ ਦੇਵਾਂ ਕਿ ਤੈਨੂੰ ਦਰਦ ਨਾ ਆਇਆ, ਇੰਨਾ ਘਾਣ ਹੋ ਗਿਆ, ਇੰਨਾ ਜ਼ਿਆਦਾ ਨੁਕਸਾਨ ਉਸ ਸਮੇਂ ਹੋਇਆ, ਇਨਸਾਨੀਅਤ ਦਾ ਘਾਣ ਹੋਇਆ। ਤਾਂ ਕਿ ਹੇ ਗੁਰੂ ਨਾਨਕ ਤੈਨੂੰ ਉਸ ਸਮੇਂ ਇਸ 'ਤੇ ਦਰਦ ਨਾ ਮਹਿਸੂਸ ਹੋਇਆ। ਇਹ ਸੀ ਕਵਿਤਾ ਗੁਰੂ ਨਾਨਕ ਨੂੰ। ਹੁਣ ਇਸ ਦਾ ਕੇਂਦਰੀ ਭਾਵ ਤੁਸੀਂ ਨੋਟ ਕਰ ਲਓ। ਕਵੀ ਨੇ ਗੁਰੂ ਨਾਨਕ ਦੇਵ ਜੀ ਨੂੰ ਸੰਬੋਧਨ ਕਰਦਿਆਂ ਦੇਸ਼ ਵੰਡ ਅਤੇ
ਦੁੱਖ ਪ੍ਰਗਟ ਕੀਤਾ ਹੈ। 1947 ਈਸਵੀ ਵਿੱਚ ਹੋਈ ਪੰਜਾਬ ਦੀ ਵੰਡ ਸਮੇਂ ਲੋਕ ਘਰੋਂ ਬੇਘਰ ਹੋ ਗਏ। ਹਿੰਦੂ ਮੁਸਲਮਾਨਾਂ ਦੀ ਸਦੀਆਂ ਪੁਰਾਣੀ ਸਾਂਝ ਟੁੱਟ ਗਈ। ਸਵਰਗ ਰੂਪੀ ਦੇਸ਼ ਨੂੰ ਧਰਮ ਦੇ ਨਾਂ 'ਤੇ ਨਰਕ ਬਣਾ ਲਿਆ। ਮਨੁੱਖ ਇੱਕ ਦੂਜੇ ਦੇ ਦੁਸ਼ਮਣ ਬਣ ਗਏ। ਲਾਚਾਰ ਨਿਮਾਣੇ ਲੋਕਾਂ ਦਾ ਅਪਮਾਨ ਹੋਇਆ। ਇਹ ਸੀ ਗੁਰੂ ਨਾਨਕ ਨੂੰ ਕਵਿਤਾ ਦਾ ਕੇਂਦਰੀ ਭਾਵ। ਇਸ ਤੋਂ ਅਗਲੀ ਜਿਹੜੀ ਕਵਿਤਾ ਹੈ ਉਹ ਹੈ ਜੱਟੀਆਂ ਦਾ ਗੀਤ। ਜੱਟੀਆਂ ਦਾ ਗੀਤ ਕਵਿਤਾ ਦੀ ਜਿਹੜਾ ਹੈ ਪਹਿਲਾਂ ਆਪਾਂ ਉਚਾਰਨ ਕਰਦੇ ਹਾਂ। ਘੋੜੀ ਤੇਰੀ ਗਲ ਚਾਂਦੀ ਦੇ ਘੁੰਗਰੂ, ਸਾਡੀਆਂ ਸੁੱਥਣਾਂ ਨੂੰ ਪਖੜਾ ਵੇਹੋ, ਨਾ ਸਾਡੀ ਵਾੜੀ ਤੇ ਨਾ ਸਾਡੇ ਵਾੜੇ, ਨਾ ਤਣ ਕੱਜਣੇ ਨੂੰ ਕੱਪੜਾ ਵੇਹੋ। ਗੋਰੀ ਤੇਰੀ ਝੂਟੇ ਪੱਟ ਦੀਆਂ ਲਾਸਾਂ, ਹੇਠ ਸੋਨੇ ਦਾ ਪਟੜਾ ਵੇਹੋ, ਪੈਰ ਨੌਹਾਂ ਉੱਤੇ ਚੰਨ ਮਹਿੰਦੀ ਦੇ, ਖੁੱਚੀ ਸਾਡੀ ਘਟੜਾ ਵੇਹੋ। ਗੋਰੀ ਤੇਰੀ ਬੈਠੀ ਮਹਿਲ ਦੀ ਬਾਰੀ, ਬਾਹੀਂ ਚੂੜਾ ਰੱਤੜਾ ਵੇਹੋ, ਕੋਠਾ ਇੱਕ ਬਰਾਤ ਅਸਾਡੀ, ਉਹ ਵੀ ਕੱਚੜਾ ਤੇ ਟੱਠੜਾ ਵੇਹੋ। ਰੋਈਆਂ ਵਿੱਚ ਅਸੀਂ ਨਿਮੀਏ ਜੰਮੀਏ, ਦਾਸ ਤੇਰਾ ਸਾਡਾ ਨੱਡੜਾ ਵੇਹੋ। ਮੈਦਾ ਖਾਵੇਂ ਪੱਟ ਹੰਡਾਵੇਂ, ਫਿਰ ਵੀ ਕਰੇ ਸੈ ਨਖਰਾ ਵੇਹੋ। ਜੰਮਦਿਆਂ ਹੀ ਚਾ ਮਰਨ ਅਸਾਡੇ, ਇੱਕ ਵੀ ਹੋਏ ਨਾ ਵੱਡੜਾ ਵੇਹੋ। ਵਾਹੀਏ ਬੀਜੀਏ ਸਿੰਜੀਏ ਵੱਢੀਏ, ਗਾਈਏ ਤੇ ਕਰੀਏ ਕੱਠੜਾ ਵੇਹੋ। ਆਵੇਂ ਤੇ ਸਭ ਹੂੰਝ ਲਜਾਵੇਂ, ਮੁੱਢ ਤੋਂ ਇਹੋ ਝਗੜਾ ਵੇਹੋ। ਦਿਲ ਸਾਡਾ ਹੁਣ ਭਰਦਾ ਸ਼ਾਦੀ, ਮੁੱਕਣ ਵਾਲਾ ਏ ਝਗੜਾ ਵੇਹੋ। ਤਗੜਿਆਂ ਹੋਣਾ ਖੁਆਰ ਤੇ ਖੱਜਲ, ਮਾੜਿਆਂ ਹੋਣਾ ਤਗੜਾ ਵੇਹੋ। ਪਾਟੀ ਕਿਰਤ ਨੇ ਇੱਕ ਮੁੱਠ ਹੋਣਾ, ਬਣ ਜਾਣਾ ਇੱਕ ਝਖੜਾ ਵੇਹੋ। ਘੋੜੀ ਤੇਰੀ ਦੇ ਉੱਡਣੇ ਘੁੰਗਰੂ, ਗੋਰੀ ਦਾ ਚੂੜਾ ਰੱਤੜਾ ਵੇਹੋ। ਤੀਲੀਆਂ ਰਲ ਕੇ ਬੋਕਰ ਬਣਨਾ, ਹੂੰਝ ਦੇਣਾ ਕੱਖ ਕੰਡੜਾ ਵੇਹੋ। ਖੁਆਰ ਹੋਏ ਸਭ ਮਿਲਣਗੇ, ਆਖਰ ਆਖੀਆਂ ਨੂੰ ਕਰ ਤਗੜਾ ਵੇਹੋ। ਇਸ ਕਵਿਤਾ ਦੀ ਵਿਆਖਿਆ ਕਰਨ ਤੋਂ ਪਹਿਲਾਂ ਵਿਦਿਆਰਥੀਓ ਤੁਸੀਂ ਇਸ ਦਾ ਪ੍ਰਸੰਗ ਜਿਹੜਾ ਹੈ ਉਹ ਨੋਟ ਕਰ ਲਓ। ਇਹ ਕਾਵਿ ਟੋਟਾ ਸਾਡੀ ਪੰਜਾਬੀ ਪੁਸਤਕ ਸਾਹਿਤਮਾਲਾ 9ਵੀਂ ਵਿੱਚ ਦਰਜ ਪ੍ਰੋਫੈਸਰ ਮੋਹਨ ਸਿੰਘ ਜੀ ਦੀ ਲਿਖੀ ਹੋਈ ਕਵਿਤਾ ਜੱਟੀਆਂ ਦਾ ਗੀਤ ਵਿੱਚੋਂ ਲਿਆ ਗਿਆ ਹੈ। ਕਵੀ ਨੇ ਇਸ ਕਵਿਤਾ ਵਿੱਚ ਜੰਗੀਰਦਾਰ, ਉਸਦੇ ਖੁਸ਼ਹਾਲ ਜੀਵਨ ਅਤੇ ਮਿਹਨਤੀ ਕਾਮਿਆਂ ਦੇ ਗਰੀਬੀ ਭਰੇ ਜੀਵਨ ਦੀ ਤੁਲਨਾ ਨੂੰ ਬਾਖੂਬੀ ਬਿਆਨਿਆ ਹੈ। ਹੁਣ ਇਸ ਦੀ ਵਿਆਖਿਆ ਕਿ ਇਸ ਕਵਿਤਾ ਦੇ ਵਿੱਚ ਕਵੀ ਨੇ ਜੰਗੀਰਦਾਰੀ, ਉਸਦੇ ਐਸ਼ ਭਰੇ ਜੀਵਨ ਅਤੇ ਕਿਰਤੀ ਕਾਮਿਆਂ ਦੇ ਮਿਹਨਤ, ਉਹਨਾਂ ਦੇ ਗਰੀਬੀ ਭਰੇ ਜੀਵਨ ਦੀ ਤੁਲਨਾ ਜਿਹੜੀ ਇਸ ਦੇ ਵਿੱਚ ਪੇਸ਼ ਕੀਤੀ ਹੈ ਕਿ ਜੱਟੀਆਂ ਜਿਹੜੀਆਂ ਕਿ ਕਿਰਤੀ ਵਰਗ ਨੂੰ ਪੇਸ਼ ਕਰ ਰਹੀਆਂ ਕਿ ਜੰਗੀਰਦਾਰ ਹੈ ਜਿਹੜਾ, ਉਹਦੀ ਘੋੜੀ ਹੈ ਜਿਹੜੀ, ਉਹਦੀ ਗਲ ਦੇ ਵਿੱਚ ਚਾਂਦੀ ਦੇ ਘੁੰਗਰੂ ਹੈ, ਪਰ ਜਿਹੜੇ ਕਿਰਤੀ ਵਰਗ ਹੈ, ਜਿਹੜੀਆਂ ਕੰਮ ਕਰਨ ਵਾਲੀਆਂ ਜੱਟੀਆਂ ਨੇ, ਉਹਨਾਂ ਦੀਆਂ ਸੁੱਥਣਾਂ ਨੂੰ, ਉਹਨਾਂ ਦੇ ਕੱਪੜਿਆਂ ਨੂੰ ਭਖੜਾ ਲੱਗਿਆ ਹੋਇਆ ਹੈ। ਨਾ ਸਾਡੀ ਵਾੜੀ ਅਤੇ ਨਾ ਸਾਡੇ ਵਾੜੇ, ਨਾ ਸਾਡੇ ਕੋਲ ਘਰ ਹੈ ਅਤੇ ਨਾ ਹੀ ਵਾੜਾ। ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਬਾਹਰਲਾ ਘਰ ਕਹਿ ਦਿੱਤਾ ਜਾਂਦਾ, ਅੱਜ ਕੱਲ੍ਹ ਜਿਵੇਂ ਫਾਰਮ ਹਾਊਸ ਬੋਲ ਦਿੱਤਾ ਜਾਂਦਾ, ਉਸ ਤਰ੍ਹਾਂ ਸਾਡੇ ਕੋਲ ਨਾ ਤਨ ਕੱਜਣੇ ਨੂੰ ਕੱਪੜਾ ਵੇ ਅਤੇ ਸਾਨੂੰ ਆਪਣਾ ਸਰੀਰ ਢੱਕਣ ਦੇ ਲਈ ਕੋਈ ਕੱਪੜਾ ਵੀ ਸਾਡੇ ਕੋਲ ਨਹੀਂ ਹੈ। ਗੋਰੀ ਤੇਰੀ ਝੂਟੇ ਪੱਟ ਦੀਆਂ ਲਾਸਾਂ, ਤੇਰੀ ਜਿਹੜੀ ਗੋਰੀ ਹੈ, ਤੇਰੀ ਜਿਹੜੀ ਜੰਗੀਰਦਾਰ ਦੇ ਘਰ ਵਾਲੀ ਹੈ, ਉਹ ਰੇਸ਼ਮ ਦੀਆਂ ਜਿਹੜੀਆਂ ਹੈ ਪੀਂਘ ਝੂਟਦੀ ਹੈ ਅਤੇ ਉਹਦੀ ਜਿਹੜੀ ਪਟੜੀ ਹੈ ਉਹ ਵੀ ਸੋਨੇ ਦੀ ਬਣੀ ਹੋਈ ਹੈ ਅਤੇ ਉਸਦੇ ਹੱਥਾਂ ਦੇ ਉੱਤੇ ਮਹਿੰਦੀ ਲੱਗੀ ਹੋਈ ਹੈ, ਚੰਨ ਮਹਿੰਦੀ ਦੇ ਉਹਦੇ ਬਣਾਏ ਹੋਏ ਹੈ ਅਤੇ ਖੁੱਚੀ ਸਾਡੀ ਘਟੜਾ ਵੇਹੋ। ਅਤੇ ਘਟੜਾ ਹੁੰਦਾ ਧੂੜ ਭਰੀ ਮਿੱਟੀ, ਅਤੇ ਸਾਡੇ ਜਿਹੜਾ ਹੈ ਉਹ ਖੁੱਚੀ ਭਾਵ ਸਾਡੇ ਜਿਹੜੀਆਂ ਆਪਣਾ ਕਹਿ ਦਿੰਦੇ ਹਾਂ ਕਿ ਗੋਡੇ ਦੇ ਪਿੱਛੇ ਜਿਹੜਾ ਜੋੜ ਹੁੰਦਾ ਉਹਨੂੰ ਖੁੱਚ ਬੋਲਿਆ ਜਾਂਦਾ, ਅਤੇ ਸਾਡੇ ਖੁੱਚੇ ਜਿਹੜੀ ਉਹ ਧੂੜ ਨਾਲ ਭਰੀ ਹੋਈ ਮਿੱਟੀ ਹੈ। ਕਹਿੰਦੇ ਤੇਰੀ ਗੋਰੀ ਹੈ ਜਿਹੜੀ ਉਹ ਮਹਿਲ ਦੀ ਬਾਰੀ ਦੇ ਵਿੱਚ ਬੈਠੀ ਹੈ ਅਤੇ ਉਹਦੇ ਹੱਥਾਂ ਦੇ ਵਿੱਚ ਲਾਲ ਰੰਗ ਦਾ ਚੂੜਾ ਪਾਇਆ ਹੋਇਆ ਅਤੇ ਸਾਡੇ ਕੋਲ ਲਾਲ ਰੰਗ ਭਾਵ ਖੁਸ਼ੀ ਦਾ ਪ੍ਰਤੀਕ ਹੈ, ਤਾਂ ਚੂੜਾ ਜਿਹੜਾ ਪਾਇਆ ਹੋਇਆ ਭਾਵ ਉਹ ਖੁਸ਼ ਹੈ, ਉਹਦੇ ਪਾਇਆ ਹੋਇਆ। ਕੋਠਾ ਇੱਕ ਬਰਾਤ ਸਾਡੀ, ਉਹ ਵੀ ਕੱਚੜਾ ਅਤੇ ਢੱਠੜਾ ਵੇਹੋ। ਅਤੇ ਸਾਡੇ ਰਹਿਣ ਦੀ ਥਾਂ ਹੈ ਜਿਹੜੀ ਉਹ ਇੱਕ ਕੋਠਾ ਹੈ, ਉਹ ਵੀ ਕੱਚਾ ਅਤੇ ਢੱਠਿਆ ਹੋਇਆ, ਜਿਹੜਾ ਕਿ ਢਹਿਣ ਵਾਲਾ ਹੋਵੇ ਉਹ ਬਣਿਆ ਹੋਇਆ। ਰੋਈਆਂ ਵਿੱਚ ਅਸੀਂ ਨਿੰਮੀਏ ਜੰਮੀਏ, ਉਜਾੜਾਂ ਦੇ ਵਿੱਚ ਸਾਡੇ ਜਿਹੜੇ ਬੱਚੇ ਹੈ ਉਹਨਾਂ ਦਾ ਜਨਮ ਹੁੰਦਾ, ਉਹ ਪਲਦੇ ਹੈ ਰੋਈਆਂ ਦੇ ਵਿੱਚ ਸਾਡੇ ਨਾਲ ਫਿਰਦੇ ਹੋਏ। ਕਹਿੰਦੇ ਦਾਸ ਤੇਰਾ ਸਾਡਾ ਨੱਡੜਾ ਵੇਹੋ, ਅਤੇ ਸਾਡੇ ਬੱਚੇ ਜਾਂ ਸਾਡਾ ਜਿਹੜਾ ਉਹ ਜੱਟੀਆਂ ਕਹਿ ਰਹੇ ਨੇ ਕਿ ਸਾਡਾ ਜਿਹੜਾ ਨੱਡੜਾ ਹੈ, ਗੱਭਰੂ ਹੈ, ਨੌਜਵਾਨ ਹੈ ਜਾਂ ਸਾਡਾ ਪਤੀ ਹੈ ਘਰ ਵਾਲਾ, ਉਹ ਤੇਰਾ ਦਾਸ ਹੈ, ਤੇਰਾ ਨੌਕਰ ਹੈ। ਮੈਦਾ ਖਾਵੇਂ ਪੱਟ ਹੰਡਾਵੇਂ, ਫਿਰ ਵੀ ਕਰੇ ਸੈ ਨਖਰਾ ਵੇਹੋ।
ਜੰਮਦਿਆਂ ਹੀ ਚਾ ਮਰਨ ਸਾਡੇ, ਇੱਕ ਵੀ ਨਾ ਹੋਵੇ ਵੱਡੜਾ ਵੇਹੋ। ਤੇ ਤੂੰ ਮੈਦਾ ਖਾਵੇਂ ਭਾਵ ਤੇਰਾ ਖਾਣ ਪੀਣ ਜਿਹੜੀਆਂ ਖਾਣ ਦੀਆਂ ਚੀਜ਼ਾਂ ਬੜੀਆਂ ਵਧੀਆ, ਫਿਰ ਵੀ ਤੂੰ ਨਖਰਾ ਕਰਦਾ ਹੈ। ਪਰ ਕਹਿੰਦੇ ਸਾਡੀ ਜਿਹੜੀਆਂ ਖੁਸ਼ੀਆਂ, ਸਾਡੇ ਜਿਹੜੇ ਚਾਅ ਹੈ ਉਹ ਜੰਮਣ ਤੋਂ ਪਹਿਲਾਂ ਹੀ ਮਰ ਜਾਂਦੇ ਨੇ, ਉਹ ਵੱਡੇ ਨਹੀਂ ਹੁੰਦੇ। ਕਹਿੰਦੇ ਅਸੀਂ ਵਾਹੁੰਦੇ ਹਾਂ, ਬੀਜਦੇ ਹਾਂ, ਸਿੰਜਦੇ ਹਾਂ, ਪਾਣੀ ਲਾਉਂਦੇ ਹਾਂ, ਸਿੰਜੀਏ ਪਾਣੀ ਲਾਉਂਦੇ ਹਾਂ, ਵੱਢਦੇ ਹਾਂ, ਫਿਰ ਅਸੀਂ ਉਹਨੂੰ ਗਾਹੁੰਦੇ ਹਾਂ, ਫਸਲ ਨੂੰ ਇਕੱਠੀ ਕਰਦੇ ਹਾਂ। ਅਤੇ ਕਹਿੰਦੇ ਤੂੰ ਆਉਣਾ ਅਤੇ ਸਾਰੀ ਦੀ ਸਾਰੀ ਨੂੰ ਹੀ ਹੁੰਝ ਕੇ ਭਾਵ ਸਾਰੀ ਸਾਡੀ ਫਸਲ ਹੈ ਜਿਹੜੀ ਉਹਨੂੰ ਲੈ ਜਾਂਦਾ ਹੈ। ਇਹ ਮੁੱਢ ਤੋਂ ਇਹੋ ਝਗੜਾ, ਸ਼ੁਰੂ ਤੋਂ ਆਰੰਭ ਤੋਂ ਇਹੀ ਝਗੜਾ ਹੈ ਜਿਹੜਾ, ਇਹੀ ਰੌਲਾ ਹੈ ਜਿਹੜਾ ਉਹ ਪੈ ਰਿਹਾ ਹੈ। ਦਿਲ ਸਾਡਾ ਹੁਣ ਭਰਦਾ ਸ਼ਾਦੀ ਹੁੰਦਾ ਗਵਾਹੀ ਭਰਨਾ, ਸਾਡਾ ਦਿਲ ਹੈ ਜਿਹੜਾ ਉਹ ਗਵਾਹੀ ਭਰਦਾ, ਮੁੱਕਣ ਵਾਲਾ ਇਹ ਝਗੜਾ ਵੇਹੋ। ਕਿ ਉਹ ਕਹਿੰਦੇ ਸਾਡਾ ਦਿਲ ਹੈ ਜਿਹੜਾ ਉਹ ਗਵਾਹੀ ਭਰ ਰਿਹਾ ਕਿ ਇਹ ਜਿਹੜਾ ਮੁੱਢ ਤੋਂ ਚੱਲਿਆ ਆਉਂਦਾ ਝਗੜਾ ਇਹ ਖਤਮ ਹੋਣ ਵਾਲਾ, ਇਹ ਹੁਣ ਖਤਮ ਹੋ ਜਾਏਗਾ। ਤਗੜਿਆਂ ਹੋਣਾ ਖੁਆਰ ਅਤੇ ਖੱਜਲ, ਜਿਹੜੇ ਤਗੜੇ ਨੇ, ਤਾਕਤਵਰ ਨੇ, ਉਹਨਾਂ ਨੇ ਬੇਇੱਜ਼ਤ ਹੋਣਾ, ਉਹਨਾਂ ਨੇ ਪਰੇਸ਼ਾਨ ਹੋਣਾ। ਮਾੜਿਆਂ ਹੋਣਾ ਤਗੜਾ ਵੇ, ਜਿਹੜਾ ਕਿਰਤੀ ਵਰਗ ਹੈ ਉਹਨੇ ਤਗੜਾ ਬਣ ਜਾਣਾ। ਪਾਟੀ ਕਿਰਤ ਨੇ ਇੱਕ ਮੁੱਠ ਹੋਣਾ, ਬਣ ਜਾਣਾ ਇੱਕ ਝਖੜਾ ਵੇਹੋ, ਝਖੜ ਤੂਫਾਨ ਬਣ ਜਾਣਾ। ਜਿਹੜੀ ਪਾਟੀ ਹੋਈ ਕਿਰਤ ਹੈ, ਕੰਮ ਕਰਨ ਵਾਲੇ ਹੈ, ਉਹ ਇੱਕ ਮੁੱਠ ਹੋ ਜਾਣਗੇ, ਉਹਨਾਂ ਨੇ ਇੱਕ ਮੁੱਠ ਹੋ ਕੇ ਤੂਫਾਨ ਦਾ ਰੂਪ, ਝਖੜ ਦਾ ਰੂਪ ਧਾਰਨ ਕਰ ਲੈਣਾ। ਤਾਂ ਤੇਰੀ ਘੋੜੀ ਦੇ ਉੱਡਣੇ ਘੁੰਗਰੂ, ਤਾਂ ਜਿਹੜੀ ਤੇਰੀ ਘੋੜੀ ਦੇ ਗਲ ਵਿੱਚ ਚਾਂਦੀ ਦੇ ਘੁੰਗਰੂ ਪਾਏ ਉਹ ਵੀ ਉੱਡ ਜਾਣੇ। ਅਤੇ ਗੋਰੀ ਦਾ ਚੂੜਾ ਰੱਤੜਾ ਵੇਹੋ, ਅਤੇ ਜਿਹੜਾ ਲਾਲ ਰੰਗ ਦਾ ਚੂੜਾ ਤੇਰੀ ਗੋਰੀ ਨੇ, ਭਾਵ ਐਸ਼ ਪ੍ਰਸਤ ਜੀਵਨ ਹੈ ਜਿਹੜਾ ਤੁਸੀਂ ਬਤੀਤ ਕਰਦੇ ਹੋ, ਉਹ ਖਤਮ ਕਰ ਦੇਣਾ ਹੈ। ਤੀਲੀਆਂ ਰਲ ਕੇ ਬੌਕਰ ਬਣਨਾ, ਬੌਕਰ ਝਾੜੂ ਜਿਹੜਾ ਕਿ ਤੀਲੀਆਂ ਰਲ ਕੇ ਝਾੜੂ ਬਣਦਾ ਹੈ। ਕਹਿੰਦੇ ਹੂੰਝ ਦੇਣਾ ਕੱਖ ਕੰਡੜਾ ਵੇਹੋ, ਤਾਂ ਉਹਨੇ ਸਾਰਾ ਕੁਝ ਸਾਫ਼, ਜਿਵੇਂ ਬੌਕਰ ਹੈ ਜਿਹੜੀ ਉਹ ਸਾਰਾ ਕੂੜਾ ਸਾਫ਼ ਕਰ ਦਿੰਦੀ ਹੈ। ਇਸ ਤਰ੍ਹਾਂ ਕਿਰਤੀਆਂ ਨੇ ਇੱਕ ਮੁੱਠ ਹੋ ਕੇ ਸਾਰਾ ਜਿਹੜਾ ਊਚ ਨੀਚ ਜਾਂ ਅਮੀਰ ਗਰੀਬ ਦਾ ਆਪਸ ਦੇ ਵਿੱਚ ਪਾੜਾ ਉਹਨੂੰ ਖਤਮ ਕਰ ਦੇਣਾ। ਖੁਆਰ ਹੋਏ ਸਭ ਮਿਲਣਗੇ, ਆਖਰ ਆਕੀਆਂ ਨੂੰ ਕਰ ਤਗੜਾ ਵੇਹੋ। ਅਤੇ ਜਿਹੜੇ ਖੁਆਰ ਹੁੰਦੇ ਆ, ਤੰਗ ਹੈ, ਜਲੀਲ ਹੁੰਦੇ ਹੈ, ਉਹ ਸਾਰੇ ਜਿਹੜੇ ਆ ਉਹ ਆਪਦੇ ਦੁਸ਼ਮਣਾਂ ਨੂੰ ਜਿਹੜਾ ਹੈ ਉਹ ਵੰਗਾਰ ਦੇ ਰਹੇ ਹੈ ਕਿ ਤਾਕਤਵਰ ਬਣ ਜਾ, ਹੁਣ ਅਸੀਂ ਇਹ ਜਿਹੜਾ ਪਾੜਾ ਹੈ ਇਹਨੂੰ ਖਤਮ ਕਰ ਦੇਣਾ। ਇਹ ਸੀ ਵਿਆਖਿਆ ਕਵਿਤਾ ਜੱਟੀਆਂ ਦਾ ਗੀਤ ਦੀ। ਹੁਣ ਇਸ ਦਾ ਕੇਂਦਰੀ ਭਾਵ ਹੈ ਜਿਹੜਾ ਉਹ ਤੁਸੀਂ ਨੋਟ ਕਰ ਲਓ। ਪ੍ਰੋਫੈਸਰ ਮੋਹਨ ਸਿੰਘ ਨੇ ਕਵਿਤਾ ਜੱਟੀਆਂ ਦਾ ਗੀਤ ਵਿੱਚ ਜੰਗੀਰਦਾਰੀ ਅਤੇ ਕਿਰਤੀ ਵਰਗ ਦੀ ਤੁਲਨਾ ਨੂੰ ਬਿਆਨਿਆ ਹੈ। ਇਹ ਰੋਹ ਤੋਂ ਵਿਦਰੋਹ ਵੱਲ ਨੂੰ ਤੁਰਦਾ ਗੀਤ ਹੈ। ਜੰਗੀਰਦਾਰ ਐਸ਼ ਪ੍ਰਸਤ ਜੀਵਨ ਅਤੇ ਕਿਰਤੀ ਦੁੱਖਾਂ ਭਰਿਆ ਜੀਵਨ ਬਤੀਤ ਕਰਦੇ ਹਨ। ਕਿਰਤੀ ਵਰਗ ਚਿਤੰਨ ਹੋਇਆ ਇੱਕ ਮੁੱਠ ਹੋ ਕੇ ਜੰਗੀਰਦਾਰੀ ਲੁੱਟ ਨੂੰ ਖਤਮ ਕਰ ਦੇਵੇਗਾ। ਇਹ ਸੀ ਇਸ ਦਾ ਕੇਂਦਰੀ ਭਾਵ। ਇਸ ਤੋਂ ਬਿਨਾਂ ਤੁਹਾਨੂੰ ਕਵਿਤਾ ਦੇ ਵਿੱਚੋਂ ਵਸਤੂਨਿਸ਼ਟ ਪ੍ਰਸ਼ਨ ਹੈ ਜਿਹੜੇ ਉਹ ਆਉਣੇ ਨੇ। ਜਿਵੇਂ ਤੁਹਾਨੂੰ ਪ੍ਰਸ਼ਨ ਵਸਤੂਨਿਸ਼ਟ ਆ ਸਕਦਾ ਕਿ ਪ੍ਰੋਫੈਸਰ ਮੋਹਨ ਸਿੰਘ ਦੁਆਰਾ ਲਿਖੀ ਕਿਸੇ ਇੱਕ ਕਵਿਤਾ ਦਾ ਨਾਂ ਲਿਖੋ, ਤਾਂ ਤੁਸੀਂ ਇਹਨਾਂ ਤਿੰਨਾਂ ਦੇ ਵਿੱਚੋਂ ਕਿਸੇ ਵੀ ਕਵਿਤਾ ਦਾ ਨਾਂ ਦੇ ਸਕਦੇ ਹੋ। ਅੱਗੇ ਚੱਲਣਾ ਜਾਂ ਗੁਰੂ ਨਾਨਕ ਨੂੰ ਜਾਂ ਜੱਟੀਆਂ ਦਾ ਗੀਤ। ਇਸੇ ਤਰ੍ਹਾਂ ਅਗਲਾ ਪ੍ਰਸ਼ਨ ਜਿਵੇਂ ਕਵਿਤਾ ਦੇ ਆਧਾਰ 'ਤੇ ਆ ਸਕਦਾ ਹੈ। ਜਿਵੇਂ ਆਪਾਂ ਪਹਿਲੀ ਕਵਿਤਾ ਦੀ ਵਿਆਖਿਆ ਕੀਤੀ ਹੈ, ਅੱਗੇ ਚੱਲਣਾ ਕਵਿਤਾ ਵਿੱਚ ਕਵੀ ਨੇ ਕਿੰਨੇ ਸਾਗਰ ਟੱਪ ਜਾਣ ਦੀ ਗੱਲ ਕੀਤੀ ਹੈ, ਤਾਂ ਤੁਸੀਂ ਉੱਥੇ ਦਾ ਉੱਤਰ ਦਿਓਗੇ ਕਿ 7 ਸਾਗਰ। ਇਸੇ ਤਰ੍ਹਾਂ ਗੁਰੂ ਨਾਨਕ ਨੂੰ ਕਵਿਤਾ ਆਪਾਂ ਪੜ੍ਹੀ ਹੈ, ਤਾਂ ਉਸ ਦੇ ਵਿੱਚੋਂ ਵੀ ਪ੍ਰਸ਼ਨ ਬਣ ਸਕਦਾ ਹੈ ਕਿ ਗੁਰੂ ਨਾਨਕ ਦਾ ਵਤਨ ਕਿਸ ਤਰ੍ਹਾਂ ਦਾ ਹੋ ਗਿਆ ਹੈ, ਤਾਂ ਉੱਥੇ ਤੁਸੀਂ ਲਿਖੋਗੇ ਕਿ ਵੀਰਾਨ ਹੋ ਗਿਆ ਹੈ। ਜਾਂ ਗੁਰੂ ਨਾਨਕ ਨੂੰ ਕਵਿਤਾ ਅਨੁਸਾਰ ਮੁੜ ਕੇ ਸ਼ੈਤਾਨ ਕੌਣ ਹੋ ਗਿਆ ਹੈ, ਤਾਂ ਰੱਬ ਦੇ ਘਰਾਂ ਦਾ ਰੱਖ ਹੈ ਜਿਹੜਾ ਉਹ ਮੁੜ ਕੇ ਸ਼ੈਤਾਨ ਬਣ ਗਿਆ। ਤਾਂ ਇਸੇ ਤਰ੍ਹਾਂ ਜੱਟੀਆਂ ਦਾ ਗੀਤ ਕਵਿਤਾ ਦੇ ਵਿੱਚੋਂ ਤੁਸੀਂ ਤੁਹਾਡੇ ਜਿਹੜੇ ਵਸਤੂਨਿਸ਼ਟ ਪ੍ਰਸ਼ਨ ਹੈ ਉਹ ਬਣ ਜਾਣਗੇ। ਜਿਵੇਂ ਪ੍ਰਸ਼ਨ ਬਣ ਸਕਦਾ ਹੈ ਕਿ ਜੱਟੀਆਂ ਦਾ ਗੀਤ ਕਵਿਤਾ ਵਿੱਚ ਜੱਟੀਆਂ ਨੇ ਕਿਸ ਬਾਰੇ ਗੱਲ ਕੀਤੀ ਹੈ, ਕਿਸ ਬਾਰੇ ਗੱਲ ਕੀਤੀ ਹੈ, ਜੰਗੀਰਦਾਰ ਬਾਰੇ ਗੱਲ ਕੀਤੀ ਹੈ। ਤਾਂ ਇਸੇ ਤਰ੍ਹਾਂ ਜਿਵੇਂ ਜੰਗੀਰਦਾਰ ਦੀ ਘੋੜੀ ਦੇ ਗਲ ਵਿੱਚ ਕੀ ਹੈ, ਤਾਂ ਚਾਂਦੀ ਦੇ ਘੁੰਗਰੂ। ਇਸ ਤਰ੍ਹਾਂ ਪ੍ਰਸ਼ਨ ਹੈ ਜਿਹੜੇ ਹੋਰ ਵੀ ਤੁਹਾਡੇ ਇਸ ਕਵਿਤਾਵਾਂ ਦੇ ਵਿੱਚੋਂ ਬਣ ਸਕਦੇ ਵਸਤੂਨਿਸ਼ਟ ਪ੍ਰਸ਼ਨ। ਜੇ ਤੁਸੀਂ ਵਿਆਖਿਆ ਬਹੁਤ ਧਿਆਨ ਨਾਲ ਸੁਣੀ ਹੈ ਤਾਂ ਤੁਹਾਡੇ ਜਿਹੜੇ ਵਸਤੂਨਿਸ਼ਟ ਪ੍ਰਸ਼ਨ ਹੈ ਉਹ ਸਾਰੇ ਹੀ ਤੁਹਾਡੇ ਇਹਦੇ ਵਿੱਚ ਹੱਲ ਹੋ ਜਾਣਗੇ। ਤਾਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਅੱਜ ਪ੍ਰੋਫੈਸਰ ਮੋਹਨ ਸਿੰਘ ਦੀਆਂ ਕਵਿਤਾਵਾਂ ਦੀ ਪ੍ਰਸੰਗ ਸਹਿਤ ਵਿਆਖਿਆ, ਕੇਂਦਰੀ ਭਾਵ ਜਾਂ ਵਸਤੂਨਿਸ਼ਟ ਪ੍ਰਸ਼ਨ ਹੈ ਜਿਹੜੇ ਉਹ ਬਹੁਤ ਚੰਗੀ ਤਰ੍ਹਾਂ ਸਮਝ ਆਏ ਹੋਣਗੇ। ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ।